Today we will do the next topics of the chapter number 3rd, that is environmental pollution and global issues. कल ਅਸੀਂ ਕੀਤਾ ਸੀਗਾ sources of the pollution. ठीक है, ਅੱਜ ਆਪਾਂ ਕਰਾਂਗੇ types of the pollutants, types of the pollutants. First ਹੈ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਹੁੰਦੇ ਆ, solid, liquid and gases. ਪਹਿਲਾ ਹੈਗਾ solid waste. solid waste ਦੇ ਵਿੱਚ ਪਹਿਲਾਂ ਆ ਗਿਆ ਜਿਹੜਾ ਹਿਊਮਨ ਵੇਸਟ ਹੈ। ਹਿਊਮਨ ਵੇਸਟ ਦੇ ਵਿੱਚ ਕੀ ਹੈ, ਜਿਹੜਾ ਆਪਾਂ ਨਗਰ ਪਾਲਿਕਾ ਹੁੰਦੀ ਹੈ, ਇਹ ਜਿਹੜਾ ਰਸੋਈ ਆਪਣੀ ਕਿਚਨ ਵਗੈਰਾ ਦਾ ਰਹਿੰਦ ਖੂੰਹਦ ਹੋ ਗਿਆ, ਹੌਸਪੀਟਲਸ ਦਾ ਕੂੜਾ ਕਰਕਟ ਹੋ ਗਿਆ, ਇਹ ਸਾਰੇ ਜਿਹੜੇ ਹੁੰਦੇ ਨੇ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਹੁੰਦਾ ਬਾਇਓਡੀਗ੍ਰੇਡੇਬਲ, ਇੱਕ ਹੁੰਦਾ ਨੋਨ ਬਾਇਓਡੀਗ੍ਰੇਡੇਬਲ। ਬਾਇਓਡੀਗ੍ਰੇਡੇਬਲ ਤਾਂ ਉਹ ਹੁੰਦੇ ਆ ਵੀ ਜਿਹੜੇ ਬੈਕਟੀਰੀਆਜ਼ ਦੁਆਰਾ ਡੀਗ੍ਰੇਡ ਹੋ ਜਾਂਦੇ, ਮਤਲਬ ਕੰਪਲੈਕਸ ਕੰਪਾਊਂਡ ਤੋਂ ਨੋਰਮਲ ਕੰਪਾਊਂਡਸ ਦੇ ਵਿੱਚ ਕਨਵਰਟ ਹੋ ਜਾਂਦੇ, ਜਿਹੜੇ ਇਨਵਾਇਰਮੈਂਟ ਲਈ ਲੈਸ ਹਾਰਮਫੁਲ ਹੁੰਦੇ। ਇਹਦੇ ਵਿੱਚ ਕੀ ਆ ਜਾਂਦਾ, ਡੈਡ ਪਲਾਂਟਸ, ਐਨੀਮਲਸ, ਕਲੋਥ, ਲੈਦਰ, ਪੇਪਰ, ਜੂਟ ਐਕਸੈਕਟਰਾ। ਦੂਸਰੇ ਹੁੰਦੇ ਆ ਨੋਨ ਬਾਇਓਡੀਗ੍ਰੇਡੇਬਲ, ਜਿਹੜੇ ਕਿ ਓਵਰ ਦਾ ਟਾਈਮ ਚੇਂਜ ਨਹੀਂ ਹੋ ਸਕਦੇ, ਜਿਵੇਂ ਪਲਾਸਟਿਕ ਬੈਗਸ ਵੀ ਇਹ ਜਦੋਂ ਹਜ਼ਾਰਾਂ ਸਾਲ ਵੀ ਜੇ ਧਰਤੀ 'ਚ ਦੱਬੇ ਜਾਣ ਤਾਂ ਇਹਨਾਂ ਦੀ ਸ਼ੇਪ, ਇਹਨਾਂ ਦਾ ਕਲਰ ਸੇਮ ਰਹੂਗਾ। ਠੀਕ ਹੈ, ਤਾਂ ਜਿਹੜੇ ਜਿਨ੍ਹਾਂ ਦਾ ਚੇਂਜ ਹੋ ਜਾਂਦਾ ਉਹਨਾਂ ਨੂੰ ਕੀ ਕਹਿੰਦੇ ਨੇ, ਬਾਇਓਡੀਗ੍ਰੇਡੇਬਲ। ਮੀਨਸ ਤੁਸੀਂ ਸਿੰਪਲ ਵਰਡਸ ਦੇ ਵਿੱਚ ਕਹਿ ਸਕਦੇ ਹੋ ਵੀ ਜਿਹੜੇ ਖਾਦ 'ਚ ਕਨਵਰਟ ਹੋ ਜਾਂਦੇ ਆ। ਠੀਕ ਹੈ, ਅਤੇ ਜਿਹੜੇ ਨਹੀਂ ਹੁੰਦੇ ਉਵੇਂ ਦੇ ਉਵੇਂ ਹੀ ਰਹਿੰਦੇ ਨੇ, ਉਹਨਾਂ ਨੂੰ ਕੀ ਕਹਿੰਦੇ ਨੇ, ਨੋਨ ਬਾਇਓਡੀਗ੍ਰੇਡੇਬਲ। ਸੈਕਿੰਡ ਟਾਈਪ ਆ ਗਈ ਜਿਹੜਾ ਇੰਡਸਟਰੀਜ਼ 'ਚੋਂ ਵੇਸਟ ਨਿਕਲਦਾ। ਇੰਡਸਟਰੀਜ਼ ਦੇ ਵਿੱਚੋਂ ਵੇਸਟ ਹੁੰਦਾ ਜਿਵੇਂ ਸਟੀਲ ਇੰਡਸਟਰੀ, ਪੇਪਰ ਮਿਲਸ, ਇਹਨਾਂ ਦੇ ਵਿੱਚ ਕੀ ਹੈ, ਸੋਲਿਡ ਵੇਸਟ ਪ੍ਰੋਡਿਊਸ ਹੁੰਦੀ ਹੈ। ਥਰਡ ਆ ਗਿਆ ਰਬਰ ਲੈਫਟ ਬਾਏ ਦਾ ਕੰਸਟਰਕਸ਼ਨ ਵਰਕਸ। ਜਿਹੜੇ ਕੰਸਟਰਕਸ਼ਨ ਵਰਕ ਹੁੰਦੇ ਆ ਜਿਵੇਂ ਘਰ ਬਣਾਉਣਾ, ਹੋਰ ਉਹਨਾਂ ਦੇ ਵਿੱਚ ਜਿਹੜਾ ਰਬੜ ਰਹਿ ਜਾਂਦੀ ਹੈ। ਠੀਕ ਹੈ, ਰਬਰ ਰੈਫਟ ਵੀ ਜਿਹੜਾ ਉਹਨਾਂ ਦਾ ਜਿਹੜਾ ਬਚ ਜਾਂਦਾ, ਜਿਵੇਂ ਇੱਟਾਂ ਬਚ ਗਈਆਂ, ਪੱਥਰ, ਸੀਮਿੰਟ, ਸੈਂਡ, ਡਸਟ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਚ ਜਾਂਦੀਆਂ ਇਹਨਾਂ ਨੂੰ ਕਹਿੰਦੇ ਰਬਰ ਲੈਫਟ ਆਫ ਦਾ ਕੰਸਟਰਕਸ਼ਨ ਵਰਕ। ਨੈਕਸਟ ਹੈ ਹੌਸਪੀਟਲਸ ਵੇਸਟ। ਹੌਸਪੀਟਲ ਤੋਂ ਵੇਸਟ ਜਿਹੜੀ ਹੁੰਦੀ ਆ ਉਹ ਮਟੀਰੀਅਲ ਪਲਾਸਟਰਸ ਰਿਮੂਵਰ ਫਰੋਮ ਦਾ ਹਿਊਮਨ ਲਿੰਬਸ, ਬਲੱਡ, ਸੋਇਲਡ ਬੈਂਡੇਜਸ, ਪੱਟੀਆਂ ਜਿਹੜੀਆਂ ਬੰਨ੍ਹਦੇ ਨੇ, ਟੈਸਟ ਟਿਊਬਸ, ਗਲਾਸ, ਪਲਾਸਟਿਕ, ਸਰਿੰਜਿਸ, ਬਲੇਡਸ, ਇਹ ਸਾਰੇ ਕੀ ਨੇਗੇ, ਇਨਵਾਇਰਮੈਂਟ ਨੂੰ ਪੋਲਿਊਟ ਕਰਦੇ ਨੇ। ਇਫੈਕਟ ਆਫ ਦਾ ਸੋਲਿਡ ਵੇਸਟ, ਕੀ ਇਫੈਕਟ ਹੋਊਗਾ, ਕੀ ਹੈ ਜਦੋਂ ਇਹਨਾਂ ਨੂੰ ਖੁੱਲ੍ਹੇ ਥਾਵਾਂ 'ਤੇ ਸਿੱਟਾਂਗੇ ਤਾਂ ਇਹਦੇ ਤੋਂ ਕੀ ਹੈ, ਬਹੁਤ ਸਾਰੀਆਂ ਡਿਜ਼ੀਜ਼ਿਸ ਲੱਗਣ ਲੱਗ ਜਾਂਦੀਆਂ ਨੇ, ਮੱਖੀ, ਮੱਛਰ, ਚੂਹੇ, ਹੋਰ ਤਰ੍ਹਾਂ ਦੇ ਬੈਕਟੀਰੀਆਜ਼ ਵਗੈਰਾ ਪ੍ਰੋਡਿਊਸ ਹੋਣ ਲੱਗ ਜਾਂਦੇ ਨੇ। ਠੀਕ ਹੈ, ਟਰਾਂਸਪੋਰਟਿੰਗ ਦੇ ਵਿੱਚ ਜੇ ਆਪਾਂ ਕਿਤੇ ਆਉਣਾ ਜਾਣਾ ਉੱਥੇ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ। ਇਹਨਾਂ ਤੋਂ ਆਪਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕੈਲਰਾ, ਠੀਕ ਹੈ, ਮਲੇਰੀਆ, ਪਲੇਗ, ਇਹੋ ਜਿਹੀਆਂ ਬਿਮਾਰੀਆਂ ਵੱਧ ਜਾਂਦੀਆਂ ਨੇ, ਅਤੇ ਇਹ ਐਂਡ ਦੇ ਵਿੱਚ ਕੀ ਹੈ, ਇੱਕ ਮਹਾਂਮਾਰੀ ਦਾ ਰੂਪ ਲੈ ਲੈਂਦੀਆਂ ਨੇ। ਐਪੀਡੈਮਿਕ ਮੀਨਸ ਮਹਾਂਮਾਰੀ, ਜਿਵੇਂ ਅੱਜ ਕੱਲ੍ਹ ਕਰੋਨਾ ਦੀ ਮਹਾਂਮਾਰੀ ਫੈਲੀ ਹੋਈ ਹੈ। ਸੈਕਿੰਡ ਟਾਈਪ ਆ ਗਈ ਲਿਕੁਇਡ ਵੇਸਟ। ਲਿਕੁਇਡ ਵੇਸਟ ਜਿਹੜੀ ਕੀ ਹੁੰਦੀ ਹੈ, ਜਿਵੇਂ ਪਾਣੀ ਦੀ ਤਰ੍ਹਾਂ ਤਰਲ। ਠੀਕ ਹੈ, ਇਹਨੂੰ ਕੀ ਕਹਿੰਦੇ ਨੇ, ਲਿਕੁਇਡ ਵੇਸਟ। ਇਹ ਕੀ ਹੈ, ਜਿਹੜੀ ਵੇਸਟ ਹੈ ਇਹ ਵਾਟਰ ਦੇ ਵਿੱਚ ਸੋਲਿਊਬਲ ਹੁੰਦੀ ਹੈ, ਵਾਟਰ 'ਚ ਮਿਕਸ ਹੋ ਕੇ ਇਹ ਵਾਟਰ ਨੂੰ ਪੋਲਿਊਟ ਕਰ ਦਿੰਦੀ ਹੈ। ਫਸਟ ਹੈ ਨੈਚੁਰਲ ਪੋਲਿਊਟੈਂਟਸ। ਨੈਚੁਰਲ ਪੋਲਿਊਟੈਂਟਸ ਕੀ ਨੇ, ਜਿਹੜੇ ਨੈਚੁਰਲੀ ਪ੍ਰੋਡਿਊਸ ਹੁੰਦੇ ਨੇ, ਜਿਵੇਂ ਨਮਕ, ਧੂੜ, ਠੀਕ ਹੈ, ਮਿੱਟੀ, ਜਿਹੜੇ ਹੁਣ ਜੇ ਕਈ ਜਿਹੜਾ ਕੂੜਾ ਪਸ਼ੂਆਂ ਦੇ ਜਿਵੇਂ ਵਾਸ਼ਰੂਮ ਵਗੈਰਾ ਹੁੰਦਾ ਹੈ ਨਾ, ਉਹ ਕੀ ਕਰਦੇ ਆ, ਪਾਣੀ 'ਚ ਘੁਲ ਜਾਂਦਾ ਗਾ। ਇਸ ਤਰ੍ਹਾਂ ਦੇ ਜਿਹੜੇ ਹੁੰਦੇ ਆ, ਜਦੋਂ ਬਾਰਿਸ਼ ਹੁੰਦੀ ਹੈ ਸਾਰੇ ਕੀ ਹੁੰਦੇ ਨੇ, ਵਾਟਰ ਦੇ ਵਿੱਚ ਡਿਸੋਲਵ ਹੋ ਕੇ ਨਦੀਆਂ ਵਗੈਰਾ 'ਚ ਚਲੇ ਜਾਂਦੇ ਆ, ਜਿਹਦੇ ਕਰਕੇ ਪਾਣੀ ਕੀ ਹੋ ਜਾਂਦਾ, ਗੰਦਾ ਹੋ ਜਾਂਦਾ। ਸੈਕਿੰਡ ਡੋਮੈਸਟਿਕ ਐਫਲੂਐਂਟਸ। ਡੋਮੈਸਟਿਕ ਐਫਲੂਐਂਟਸ ਮਨੁੱਖਾਂ, ਹਿਊਮਨਸ ਐਂਡ ਐਨੀਮਲਸ ਐਕਸਕ੍ਰੀਟਸ, ਮੀਨ ਉਹਨਾਂ ਦਾ ਜਿਹੜਾ ਐਕਸਟਰਾ ਜਿਹੜੀ ਆਪਾਂ ਵੇਸਟ ਪ੍ਰੋਡਿਊਸ ਕਰਦੇ ਹਾਂ ਉਹ ਵਾਲੀ ਆ ਗਈ। ਲੈਫਟ ਆਊਟ ਫੂਡ ਇਨ ਸ਼ੇਪ ਆਫ ਹਿਊਜ ਕੁਆਂਟਿਟੀ ਆਫ ਔਰਗੈਨਿਕ ਵੇਸਟ, ਜਿਹੜਾ ਖਾਣਾ ਬਚ ਜਾਂਦਾ, ਠੀਕ ਆ, ਉਹਨੂੰ ਆਪਾਂ ਸਿੱਟ ਦਿੰਦੇ ਹਾਂ। ਮੈਲ ਨਿਵਾਰਕ, ਜਿਵੇਂ ਡਿਟਰਜੈਂਟਸ ਆ ਗਏ, ਸਰਫ ਨੂੰ। ਬੈਕਟੀਰੀਆ ਇਨ ਲਾਰਜ ਕੁਆਂਟਿਟੀ, ਬਹੁਤ ਵੱਡੀ ਸੰਖਿਆ ਦੇ ਵਿੱਚ ਕੀਟਾਣੂ। ਥਰਡ ਹੈ ਇੰਡਸਟਰੀਅਲ ਐਫਲੂਐਂਟਸ। ਇਹ ਜਿਹੜਾ ਇੰਡਸਟਰੀਜ਼ ਤੋਂ ਮਤਲਬ ਫੈਕਟਰੀਆਂ ਤੋਂ ਕੂੜਾ ਕਰਕਟ ਨਿਕਲਦਾ, ਜਿਵੇਂ ਸਾਬਣ ਹੋ ਗਈ, ਠੀਕ ਹੈ,
डिटर्जेंट वाली चो आंदा फैटी एसिड्स, तेजाब, एल्कनल, बेंजीन, सल्फेट, बहुत सारे कंपाउंड्स होंदे नेगे ਜਿਹੜੇ ਕੀ ਹੈ ਵਾਟਰ ਨੂੰ ਪੋਲਿਊਟ ਕਰਦੇ ਆ। ਫੋਰਥ ਆ ਗਿਆ ਐਗਰੋਕੈਮੀਕਲਸ, ਜਿਹੜੇ ਪੈਸਟੀਸਾਈਡ ਫਰਟੀਲਾਈਜ਼ਰਸ ਯੂਜ਼ ਕਰਦੇ ਆ ਉਹ ਵੀ ਕੀ ਕਰਦੇ ਨੇ, ਜਦੋਂ ਹੁਣ ਫਸਲਾਂ ਦੇ ਉੱਪਰ ਲਗਾ ਦਿੰਦੇ ਆ ਫਿਰ ਬਾਰਿਸ਼ ਹੁੰਦੀ ਹੈ ਉਹ ਘੁਲ ਕੇ ਪਾਣੀ ਦੇ ਵਿੱਚ ਚਲੇ ਜਾਂਦੇ ਨੇ। ਡਿਵੈਲਪਮੈਂਟ ਐਕਟੀਵਿਟੀਜ਼ ਕੀ ਹੈ, ਡਿਵੈਲਪਮੈਂਟ ਮੀਨਸ ਆਪਾਂ ਗਰੋਥ ਲਈ ਜਿਹੜੀਆਂ ਐਕਟੀਵਿਟੀਜ਼ ਕਰਦੇ ਹਾਂ, ਆਪਾਂ ਜਿਹੜੇ ਘਰ ਬਣਾਉਂਦੇ ਹਾਂ, ਕੋਈ ਕਮਰਸ਼ੀਅਲ ਪਲਾਟਸ ਖਰੀਦ ਕੇ ਉੱਥੇ ਕੋਈ ਕਮਰਸ਼ੀਅਲ ਮਾਰਕੀਟ ਵਗੈਰਾ ਬਣਾਉਂਦੇ ਹਾਂ, ਉਹ ਸਾਰੀ ਹੈਗੀ ਤਾਂ ਡਿਵੈਲਪਮੈਂਟ ਹੈ, ਬਟ ਕੀ ਕਰ ਰਹੀ ਹੈ ਨਾਲ ਨਾਲ ਉਹ ਇਨਵਾਇਰਮੈਂਟ ਨੂੰ ਵੀ ਪੋਲਿਊਟ ਕਰ ਰਹੀ ਹੈ। ਆਇਲ ਸਪਿਲੇਜ ਮੀਨਸ ਜਿੱਥੇ ਤੇਲ ਲੀਕ ਹੋ ਜਾਂਦਾ, ਜਿਹੜਾ ਹੁਣ ਸਮੁੰਦਰੀ ਜਹਾਜ਼ਾਂ ਨਾਲ ਤੇਲ ਆਉਂਦਾ ਉਹ 'ਚੋਂ ਕੁਛ ਕੁ ਤੇਲ ਕੀ ਹੁੰਦਾ ਹੈਗਾ ਪਾਣੀ ਦੇ ਵਿੱਚ ਚਲਾ ਜਾਂਦਾ, ਜਾਂ ਜਿਵੇਂ ਆਪਾਂ ਗਰੀਸ ਵਗੈਰਾ ਵਾਲੇ ਕੱਪੜੇ ਵਗੈਰਾ ਹੁੰਦੇ ਆ ਜਿਹੜੇ ਉਹ ਪਾਣੀ 'ਚ ਧੋ ਦਿੰਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ, ਜਿਹੜਾ ਆਇਲ ਹੈ ਉਹ ਵੀ ਵਾਟਰ ਦੇ ਵਿੱਚ ਚਲਾ ਜਾਂਦਾ। ਥਰਡ ਟਾਈਪ ਹੈ ਗੈਸੀਅਸ ਪੋਲੂਟੈਂਟਸ। ਗੈਸੀਅਸ ਪੋਲੂਟੈਂਟਸ ਉਹੀ ਜਿਹੜੇ ਆਪਾਂ ਪਹਿਲਾਂ ਕਰ ਚੁੱਕੇ ਹਾਂ, ਜਿਵੇਂ ਜਿਹੜੀਆਂ ਗੈਸਿਸ ਪ੍ਰੋਡਿਊਸ ਹੁੰਦੀਆਂ ਨੇ ਉਹ ਸਾਰੀਆਂ ਕੀ ਕਰਦੀਆਂ ਨੇ, ਏਅਰ ਨੂੰ ਪੋਲਿਊਟ ਕਰਦੀਆਂ। ਜਿਵੇਂ ਕਾਰਬਨ ਮੋਨੋਆਕਸਾਈਡ, ਇਹ ਕੀ ਹੈ ਟੌਕਸਿਕ ਗੈਸ ਹੈ, ਜਿਹਦੇ ਨਾਲ ਕੀ ਹੁੰਦਾ ਹੀਮੋਗਲੋਬਿਨ ਆਕਸੀਜਨ ਸਪਲਾਈ ਕਰਨਾ ਬੰਦ ਕਰ ਦਿੰਦਾ। ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡਸ ਆਫ ਨਾਈਟ੍ਰੋਜਨ, ਇਹ ਦੋਨੋਂ ਕੀ ਕਰਦੇ ਨੇਗੇ ਐਸਿਡ ਰੇਨ ਕਾਜ਼ ਕਰਦੇ ਨੇ। ਹਾਈਡਰੋਜਨ ਸਲਫਾਈਡ, ਇਹ ਕੀ ਆ ਪੋਇਜ਼ਨਸ ਹੁੰਦਾ ਹੈਗਾ, ਆਇਲ ਫੈਕਟਰੀਜ਼ ਦੇ ਵਿੱਚ, ਰਬੜ ਫੈਕਟਰੀਜ਼, ਲੈਦਰ ਫੈਕਟਰੀਜ਼ ਦੇ ਵਿੱਚ ਪ੍ਰੋਡਿਊਸ ਹੁੰਦਾ। ਇਹ ਕੀ ਕਰਦਾ ਏਅਰ ਡੈਮੇਜ ਕਰ ਦਿੰਦਾ ਟੂ ਦ ਕਲਰ ਆਫ ਗਲਾਸ ਐਂਡ ਲੈਡ ਪੇਂਟਸ। ਹਾਈਡਰੋਕਾਰਬਨਸ, ਇਹ ਵੀ ਕੀ ਕਰਦੇ ਨੇ, ਇਹਨਾਂ ਦੇ ਬਰਨਿੰਗ ਦੇ ਉੱਪਰ ਕਾਰਬਨ ਡਾਈਆਕਸਾਈਡ ਪ੍ਰੋਡਿਊਸ ਹੁੰਦੀ ਹੈ, ਤਾਂ ਕਰਕੇ ਇਹ ਵੀ ਕੀ ਕਰਦੇ ਨੇ ਇਨਵਾਇਰਮੈਂਟ ਨੂੰ ਪੋਲਿਊਟ ਕਰਦੇ। ਅਮੋਨੀਆ ਇੱਕ ਫਰਟੀਲਾਈਜ਼ਰ ਹੈ, ਬਾਇਓਕੈਮੀਕਲ ਹੈ, ਜਿਹਦੇ ਕਰਕੇ ਕੀ ਹੁੰਦਾ ਆਪਾਂ ਨੂੰ ਅਨਈਜ਼ੀਨੈਸ, ਜਿਹੜੀ ਅਮੋਨੀਆ ਦੀ ਸਮੈਲ ਹੈ ਉਹ ਕੀ ਕਰਦੀ ਹੈਗੀ ਸਾਹ ਦੇ ਵਿੱਚ ਰੁਕਾਵਟ ਪੈਦਾ ਕਰਦੀ ਹੈ। ਫਿਰ ਇਹ ਹਾਈਡਰੋਜਨ ਫਲੋਰਾਈਡ, ਇਹ ਕੀ ਹੈ ਹਵਾ ਦੇ ਵਿੱਚ ਮੌਜੂਦ ਹੋ ਕੇ ਮਨੁੱਖਾਂ ਅਤੇ ਪਸ਼ੂਆਂ ਦੇ ਵਿੱਚ ਫਲੋਰੋਸਿਸ ਦਾ ਕਾਰਨ ਬਣਦੇ ਨੇ। ਜਿਵੇਂ ਐਲੂਮੀਨੀਅਮ ਪਲਾਂਟ, ਐਲੂਮੀਨੀਅਮ ਫੋਸਫੇਟ ਖਾਦਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਜਿਹੜਾ ਹਾਈਡਰੋਜਨ ਫਲੋਰਾਈਡ ਹੈ ਉਹ ਪ੍ਰੋਡਿਊਸ ਹੁੰਦਾ। ਓਜ਼ੋਨ ਵੈਸੇ ਤਾਂ ਇੱਕ ਆਪਣੀ ਓਜ਼ੋਨ ਲੇਅਰ ਹੈ ਜਿਹੜੀ ਆਪਾਂ ਨੂੰ ਯੂਵੀ ਰੇਸ ਤੋਂ ਪ੍ਰੋਟੈਕਟ ਕਰਦੀ ਹੈ, ਬਟ ਅਗਰ ਇਹ ਆਪਣੇ ਅਰਥ ਦੇ ਉੱਪਰ ਪ੍ਰੋਡਿਊਸ ਹੋ ਰਹੀ ਹੈ ਤਾਂ ਇਹ ਕੀ ਕਰਦੀ ਹੈ ਰੇਸ ਨੂੰ ਟਰੈਪ ਕਰ ਲੈਂਦੀ ਹੈ, ਜਿਹਦੇ ਕਰਕੇ ਕੀ ਹੈ ਰੈਸਪੀਰੇਟਰੀ ਪ੍ਰੋਬਲਮਸ ਹੁੰਦੀਆਂ ਨੇ ਅਤੇ ਆਪਣਾ ਮਕਸ ਮੈਂਬਰੇਨ ਜਿਹੜੀ ਹੁੰਦੀ ਆ ਉਹਨੂੰ ਇਹ ਡੈਮੇਜ ਕਰ ਦਿੰਦੀ ਹੈ, ਈਵਨ ਕਿ ਇਹਦੀ ਅਗਰ ਕੌਨਸਨਟ੍ਰੇਸ਼ਨ 1 ppm ਤੋਂ ਵੀ ਘੱਟ ਹੈ। ਨੈਕਸਟ ਹੈ ਹੈਂਡਲਿੰਗ ਆਫ ਦਾ ਹੈਜ਼ਾਰਡਸ ਮਟੀਰੀਅਲਸ ਐਂਡ ਪ੍ਰੋਸੈਸਿਸ, ਜਾਂ ਹੈਂਡਲਿੰਗ ਐਂਡ ਮੈਨੇਜਮੈਂਟ ਆਫ ਦਾ ਹੈਜ਼ਾਰਡਸ ਵੇਸਟਿਸ, ਮੀਨਸ ਜਿਹੜੀਆਂ ਹਾਰਮਫੁੱਲ ਵੇਸਟ ਹੈ ਉਹਨੂੰ ਆਪਾਂ ਕਿਵੇਂ ਹੈਂਡਲ ਕਰਨਾ। ਫਸਟ ਹੈ ਹੈਜ਼ਾਰਡਸ ਸਬਸਟਾਂਸਿਸ ਐਂਡ ਦੇਅਰ ਸੋਰਸਿਸ, ਵੀ ਉਹਨਾਂ ਦੇ ਸੋਰਸ ਕੀ ਨੇ ਅਤੇ ਉਹਨਾਂ ਹੈਜ਼ਾਰਡਸ ਸਬਸਟਾਂਸਿਸ ਕਿਹੜੇ ਨੇ। ਹਾਨੀਕਾਰਕ ਜਿਹੜੇ ਪਦਾਰਥ ਨੇ ਕੂੜਾ ਕਰਕਟ ਤੋਂ ਜਿਹੜੇ ਆਪਾਂ ਨੂੰ ਮਿਲਦੇ ਆ, ਜੇ ਉਹਨਾਂ ਨੂੰ ਪ੍ਰੋਪਰਲੀ ਟਰੀਟ ਨਾ ਕੀਤਾ ਜਾਵੇ ਤਾਂ ਉਹ ਕੀ ਕਰਦੇ ਨੇ ਆਪਣੀ ਹੈਲਥ ਲਈ ਇੱਕ ਮੇਜਰ ਜਾਂ ਫਿਰ ਡੇਂਜਰਸ ਇਸ਼ੂ ਬਣ ਜਾਂਦੇ ਨੇ। ਇਹਦੇ ਵਿੱਚ ਸੋਲਿਡ ਵੇਸਟ ਆਫ ਮਿਊਨਸੀਪਲ ਕਿਚਨ ਵੇਸਟ ਮਟੀਰੀਅਲਸ ਫਰੋਮ ਹੌਸਪੀਟਲਸ, ਇੰਡਸਟਰੀਜ਼, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇਗੀਆਂ। ਇਹਨਾਂ ਨੂੰ ਸੇਫਲੀ ਡਿਸਪੋਜ਼ ਕਰਨਾ ਤਾਂ ਇਹਦਾ ਕੀ ਹੈ ਮੈਨੇਜਮੈਂਟ ਜਾਂ ਫਿਰ ਹੈਂਡਲਿੰਗ ਆਫ ਹੈਜ਼ਾਰਡਸ ਮਟੀਰੀਅਲਸ। ਸੋ ਹੈਂਡਲਿੰਗ ਐਂਡ ਮੈਨੇਜਮੈਂਟ ਆਫ ਹੈਜ਼ਾਰਡਸ ਵੇਸਟਿਸ ਕਿਵੇਂ ਕਰ ਸਕਦੇ ਹਾਂ, ਇਹਨਾਂ ਦੀ ਜਿਹੜੇ ਔਰਗੈਨਿਕ ਵੇਸਟ ਹੈ ਇਹਦੀ ਖਾਦ ਬਣਾ ਕੇ, ਮੇਕਿੰਗ ਕੰਪੋਸਟ, ਇਹਨਾਂ ਤੋਂ ਬਾਇਓਗੈਸ ਪ੍ਰੋਡਿਊਸ ਕਰਕੇ। ਇਨਸੀਨਰੇਸ਼ਨ ਹੁੰਦਾ ਮਤਲਬ ਹਾਈ ਟੈਂਪਰੇਚਰ 'ਤੇ ਇਹਨਾਂ ਨੂੰ ਹੀਟ ਕਰਨਾ ਥਰੂ ਬਾਇਓਥਰਮਲ ਮੈਥਡ। ਬਾਇਓਥਰਮਲ ਮੈਥਡ ਦੇ ਵਿੱਚ ਕੀ ਹੁੰਦਾ ਹੈਗਾ ਵੀ ਉਹਨਾਂ ਨੂੰ ਹਾਰਡ ਟੈਂਪਰੇਚਰ ਦੇ ਉੱਪਰ ਉਹਨਾਂ ਨੂੰ ਬਰਨ ਕੀਤਾ ਜਾਂਦਾ ਜਾਂ ਉਹਨਾਂ ਨੂੰ ਗਰਮ ਹਵਾ ਦੇ ਵਿੱਚ ਰੱਖਿਆ ਜਾਂਦਾ, ਜਿਹਦੇ ਨਾਲ ਕੀ ਹੁੰਦਾ ਉਹ ਉਹਨਾਂ ਦੇ ਵਿੱਚੋਂ ਜਿਹੜੇ ਗਰਮ ਕਰਨ ਨਾਲ ਉਹਨਾਂ ਦੇ ਵਿੱਚੋਂ ਕੀ ਹੁੰਦਾ ਜਿਹੜੇ ਹਾਨੀਕਾਰਕ ਕੀਟਾਣੂ ਹੁੰਦੇ ਨੇ ਉਹ ਕੀ ਆ ਮਰ ਜਾਂਦੇ ਨੇ। ਨੈਕਸਟ ਹੈ ਬਾਈ ਮੇਕਿੰਗ ਅਰਥਵਰਮ ਮੈਨੂਅਰ। ਅਰਥਵਰਮ ਮੈਨੂਅਰ ਕੀ ਹੁੰਦਾ ਕਿ ਜਿਹਨੂੰ ਵਰਮੀ ਕੰਪੋਸਟ ਹੀ ਕਹਿੰਦੇ ਆ, ਵੀ ਕੂੜਾ ਇਕੱਠਾ ਕਰਕੇ ਉਹਦੇ ਵਿੱਚ ਕੀ ਕਰੋ ਵਰਮਸ ਪਾ ਦਿਓ। ਉਹ ਵਰਮਸ ਕੀ ਕਰਦੇ ਆ ਓਵਰ ਦਾ ਟਾਈਮ ਜਿਹੜੇ ਕੰਪੋਸਟ ਨੇ ਉਹਨਾਂ ਨੂੰ ਚੇਂਜ ਕਰ ਦਿੰਦੇ ਆ ਮੈਨੂਅਰਸ ਦੇ ਵਿੱਚ। ਫਿਰ ਹੈ ਨੋਨ ਬਾਇਓਡੀਗ੍ਰੇਡੇਬਲ ਦੀ। ਫਸਟ ਹੈ ਲੈਂਡਫਿਲ, ਕੀ ਹੈ ਜਿਹੜਾ ਸੋਲਿਡ ਮਟੀਰੀਅਲ ਹੈ ਉਹਨੂੰ ਕਿਸੇ ਜਗ੍ਹਾ ਦੇ ਉੱਪਰ ਦਬਾ ਦਿਓ, ਠੀਕ ਹੈ, ਉਹਨੂੰ ਕੀ ਕਹਿੰਦੇ ਨੇ ਲੈਂਡਫਿਲ।
ਬੁਲਡੋਜ਼ਰ ਦੀ ਹੈਲਪ ਨਾਲ ਉਹਨੂੰ ਕਿਤੇ ਵੀ ਮਤਲਬ ਮਿੱਟੀ ਦੇ ਉੱਪਰ ਸਤ੍ਹਾ ਦੇ ਉੱਪਰ ਵਿਛਾ ਕੇ ਉਹਦੇ ਉੱਪਰ ਕੋਈ ਪੌਦੇ ਵਗੈਰਾ ਉਹਨੂੰ ਸੋਹਣਾ ਦਿਖਣ ਲਗਾ ਦਿਓ। ਫਿਰ ਹੈ ਕੰਪੋਸਟਿੰਗ। ਇਹਦੇ ਵਿੱਚ ਕੀ ਆ, ਜਿਹੜੇ ਮੋਸਟ ਬੈਨੀਫਿਸ਼ੀਅਲ ਮੈਥਡਸ ਆ ਡਿਸਪੋਜ਼ਿੰਗ ਆਫ ਬਾਇਓਡੀਗ੍ਰੇਡੇਬਲ ਵੇਸਟ। ਜਿਹੜੇ ਬਾਇਓਡੀਗ੍ਰੇਡੇਬਲ ਵੇਸਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੋ ਗਿਆ ਕੰਪੋਸਟਿੰਗ। ਇਹਦੇ ਵਿੱਚ ਕੀ ਹੈ, ਖਾਦ ਬਣਾਉਣਾ। ਇਨਸੀਨਰੇਸ਼ਨ ਮਤਲਬ ਹਾਈ ਟੈਂਪਰੇਚਰ। ਵਰਮੀ ਕੰਪੋਸਟਿੰਗ ਤੁਹਾਨੂੰ ਪਹਿਲਾਂ ਦੱਸਤਾ। ਮਾਈਕ੍ਰੋਵੇਵ ਟੈਕਨੋਲੋਜੀ, ਇਟ ਇਜ਼ ਯੂਜ਼ਫੁਲ ਸਟੈਰੀਲਾਈਜ਼ਿੰਗ ਦਾ ਇਨਫੈਕਸ਼ੀਅਸ ਵੇਸਟੇਜ ਆਫ ਦਾ ਹੌਸਪੀਟਲਸ। ਇਹ ਕੀ ਕਰਦੇ ਆ, 203 ਤੋਂ 210 ਡਿਗਰੀ ਦੇ ਟੈਂਪਰੇਚਰ 'ਤੇ ਹੀਟ ਕਰ ਦਿੰਦੇ ਆ ਲੌਂਗ ਟਾਈਮ ਲਈ। ਉਹਦੇ ਨਾਲ ਕੀ ਹੁੰਦਾ, ਜਿਹੜੇ ਹਾਰਮਫੁਲ ਬੈਕਟੀਰੀਆਜ਼ ਹੁੰਦੇ ਆ ਉਹ ਡੈੱਡ ਹੋ ਜਾਂਦੇ ਆ। ਹੈਂਡਲਿੰਗ ਐਂਡ ਦਾ ਮੈਨੇਜਮੈਂਟ ਆਫ ਦਾ ਨਿਊਕਲੀਅਰ ਵੇਸਟ। ਜਿਹੜਾ ਨਿਊਕਲੀਅਰ ਵੇਸਟ ਹੈ ਉਹਨੂੰ ਕੀ ਕਰਨਾ ਪੈਂਦਾ, ਜਿਹੜੀਆਂ ਰੇਜ਼ ਨੇਗੀਆਂ ਉਹ ਬਹੁਤ ਜ਼ਿਆਦਾ ਬੋਡੀ ਦੇ ਨੂੰ ਡਿਸਟਰੋਏ ਕਰਦੀਆਂ ਨੇ, ਲਿਵਿੰਗ ਟਿਸ਼ੂਜ਼ ਨੂੰ ਮਾਰ ਦਿੰਦੀਆਂ ਨੇ। ਤਾਂ ਇਹਦੇ ਨਾਲ ਕੀ ਹੁੰਦਾ, ਡਿਜ਼ੀਜ਼ਜ਼ ਜਿਹੜੀਆਂ ਆਪਾਂ ਕੀਤਾ ਸੀ ਨਾ ਰੇਡੀਏਸ਼ਨ ਪੋਲਿਊਸ਼ਨ, ਜਿਹੜਾ ਸਭ ਤੋਂ ਜ਼ਿਆਦਾ ਹਾਰਮਫੁਲ ਹੈ। ਇਹਦੇ ਨਾਲ ਮੋਸਟਲੀ ਜਿਹੜੀ ਡਿਜ਼ੀਜ਼ ਹੁੰਦੀ ਆ ਉਹ ਕੀ ਹੈ, ਕੈਂਸਰ। ਤਾਂ ਇਹਨੂੰ ਇਹਦੇ ਵਿੱਚ ਜਿਹੜੀ ਇਹਨਾਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਜਿਹੜੇ ਮੋਸਟਲੀ ਜਿਹੜੇ ਉਹਨਾਂ ਦੇ ਵਰਕਰਸ ਹੁੰਦੇ ਆ ਉਹਨਾਂ ਨੂੰ ਕੀ ਹੁੰਦਾ ਹੈਗਾ, ਸਕਿਨ ਕੈਂਸਰ ਮੋਸਟ ਕਾਮਨ ਪ੍ਰੋਬਲਮ ਹੈ ਉਹਨਾਂ ਦੀ। ਤਾਂ ਇਹਨਾਂ ਨੂੰ ਕੀ ਕਰਨਾ ਚਾਹੀਦਾ, ਨਾ ਤਾਂ ਇਹਨਾਂ ਨੂੰ ਐਜ਼ ਇਟ ਇਜ਼ ਸਿੱਟਣਾ ਚਾਹੀਦਾ, ਨਾ ਹੀ ਇਹਨਾਂ ਨੂੰ ਵਾਟਰ ਦੇ ਵਿੱਚ ਮਿਕਸ ਕਰਨਾ ਚਾਹੀਦਾ। ਇਹਨਾਂ ਨੂੰ ਡਿਸਪੋਜ਼ ਆਫ ਕਰਨਾ, ਨੋਟ ਕਵਰਡ ਐਂਡ ਦੇ ਆਰ ਕੈਪਟ ਸੇਫ ਇਨਟੂ ਸਟਰੋਂਗ ਬਾਕਸਿਸ। ਮਤਲਬ ਹੈਵੀ ਮੈਟਰਸ ਦੇ ਬਾਕਸਿਸ ਦੇ ਵਿੱਚ ਇਹਨਾਂ ਨੂੰ ਸਟਰੋਂਗਲੀ ਬੰਦ ਕਰਕੇ ਰੱਖਿਆ ਜਾਣਾ ਚਾਹੀਦਾ ਤਾਂ ਕਿ ਇਹਨਾਂ ਦੇ ਵਿੱਚੋਂ ਕੋਈ ਰੇਜ਼ ਬਾਹਰ ਨਾ ਆ ਸਕਣ। ਨੈਕਸਟ ਹੈ ਮੈਨੇਜਮੈਂਟ ਆਫ ਅਰਬਨ ਐਂਡ ਇੰਡਸਟਰੀਅਲ ਲਿਕੁਇਡ ਵੇਸਟ। ਇੰਡਸਟਰੀਅਲ ਲਿਕੁਇਡ ਵੇਸਟ ਨੂੰ ਆਪਾਂ ਕਿਵੇਂ ਕਰ ਸਕਦੇ, ਜਿਹੜੀ ਡੋਮੈਸਟਿਕ ਵਾਟਰ ਕੈਮੀਕਲਸ ਇੰਡਸਟਰੀਅਲਸ ਹੁੰਦੇ ਆ ਇਹਨਾਂ ਨੂੰ ਕੀ ਹੈ ਮਿਨੀਮਾਈਜ਼ ਕਰਨਾ ਚਾਹੀਦਾ ਤਾਂ ਕਿ ਇਹ ਵਾਟਰ ਦੇ ਵਿੱਚ ਇਹਨਾਂ ਦੇ ਯੂਜ਼ ਨੂੰ ਮਿਨੀਮਮ ਕਰਨਾ ਚਾਹੀਦਾ। ਫਸਟ ਹੈ ਇਹਦਾ ਪ੍ਰਾਇਮਰੀ ਟਰੀਟਮੈਂਟ। ਇਹਦੇ ਵਿੱਚ ਕੀ ਹੈ, ਫਿਜ਼ੀਕਲ ਐਕਟੀਵਿਟੀਜ਼ ਲਾਈਕ ਸਕਰੀਨਿੰਗ, ਸ਼ੀਲਡਿੰਗ, ਸੈਡੀਮੈਂਟੇਸ਼ਨ, ਫਲੋਟਿੰਗ। ਠੀਕ ਹੈ, ਸਕਰੀਨਿੰਗ ਮੀਨਸ ਉਹਨਾਂ ਨੂੰ ਅਲੱਗ-ਅਲੱਗ ਕਰਨਾ, ਸ਼ੀਲਡਿੰਗ ਉਹਨਾਂ ਨੂੰ ਪ੍ਰੋਟੈਕਟ ਕਰਨਾ, ਸੈਡੀਮੈਂਟੇਸ਼ਨ ਮਤਲਬ ਪਾਣੀ ਦੇ ਵਿੱਚ ਜਦੋਂ ਬੈਠ ਜਾਂਦੇ ਨੇ ਨੀਚੇ, ਫਲੋਟਿੰਗ ਜਿਹੜੇ ਉੱਪਰ ਫਲੋਟ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਅਲੱਗ ਕਰ ਦਿਓ। ਠੀਕ ਹੈ, ਇਹਨਾਂ ਮੈਥਡਸ ਨਾਲ ਉਹਨਾਂ ਨੂੰ ਅਲੱਗ ਕਰ ਦਿਓ। ਸੈਕੰਡਰੀ ਟਰੀਟਮੈਂਟ ਕੀ ਹੈ, ਉਹਨੂੰ ਮਾਈਕਰੋ ਆਰਗੈਨਿਜ਼ਮਸ ਦੀ ਪ੍ਰੈਜ਼ੈਂਸ ਦੇ ਵਿੱਚ ਆਕਸੀਡੇਸ਼ਨ ਕਰ ਦਿਓ ਜਾਂ ਫਿਰ ਉਹਨਾਂ ਦੀ ਵਿਦਾਊਟ ਹਵਾ ਦੇ ਐਨਰੋਬਿਕ ਆਕਸੀਡੇਸ਼ਨ, ਦੋਨੋਂ ਤਰ੍ਹਾਂ ਨਾਲ ਕਰ ਸਕਦੇ ਹਾਂ। ਨੈਕਸਟ ਹੈ ਰੀਜ਼ਨਸ ਆਫ ਦਾ ਓਜ਼ੋਨ ਡਿਪਲੀਸ਼ਨ ਐਂਡ ਇਟਸ ਇਫੈਕਟਸ। ਪਹਿਲਾਂ ਹੈਗਾ ਵੀ ਓਜ਼ੋਨ ਡਿਪਲੀਸ਼ਨ ਹੈਗੀ ਕੀ ਹੈ। ਓਜ਼ੋਨ ਆਪਣੀ ਇੱਕ ਲੇਅਰ ਹੈ ਜਿਹੜੀ ਆਪਾਂ ਨੂੰ ਸੂਰਜ ਦੀਆਂ UV ਕਿਰਨਾਂ ਤੋਂ ਪ੍ਰੋਟੈਕਟ ਕਰਦੀ ਹੈ। ਅਗਰ ਉਹ UV ਕਿਰਨਾਂ ਆਪਣੇ ਤੱਕ ਪਹੁੰਚਣਗੀਆਂ ਤਾਂ ਸਕਿਨ ਕੈਂਸਰ ਵਰਗੀਆਂ ਡਿਜ਼ੀਜ਼ਿਜ਼ ਹੋ ਜਾਣਗੀਆਂ। ਠੀਕ ਹੈ, ਇਸ ਲਈ ਓਜ਼ੋਨ ਲੇਅਰ ਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਰੂਰੀ ਹੈ। ਸੈਕਿੰਡ ਓਜ਼ੋਨ ਡਿਪਲੀਸ਼ਨ ਦਾ ਮਤਲਬ ਹੈ ਵੀ ਜਿਹੜੀ ਓਜ਼ੋਨ ਵਾਲੀ ਲੇਅਰ ਹੈ ਉਹ ਕੀ ਹੋ ਰਹੀ ਹੈ, ਖਰਾਬ ਹੋ ਰਹੀ ਹੈ। ਜਦੋਂ ਉਹ ਲੇਅਰਸ ਦੇ ਵਿੱਚ ਹੋਲਸ ਹੋ ਜਾਣਗੇ, ਉਹ ਖਰਾਬ ਹੋ ਜੂਗੀ, ਤਾਂ ਜਿਹੜੀ ਰੇਜ਼ ਨੇਗੀਆਂ UV ਰੇਜ਼ ਉਹ ਕੀ ਆ ਜਾਣਗੀਆਂ, ਅਰਥ ਤੱਕ ਆਉਣ ਲੱਗ ਜਾਣਗੀਆਂ, ਜਿਹਦੇ ਕਰਕੇ ਕੈਂਸਰ ਵਰਗੀਆਂ ਬਿਮਾਰੀਆਂ ਵੱਧ ਜਾਣਗੀਆਂ। ਕਾਹਦੇ ਕਰਕੇ ਡਿਪਲੀਟ ਹੋ ਰਹੀ ਹੈ ਇਹ, ਜਿਹੜੇ CFCs ਪ੍ਰੋਡਿਊਸ ਹੁੰਦੇ ਨੇ, ਜਿਹੜੇ ਫਰਿੱਜ 'ਚੋਂ ਏਅਰ ਕੰਡੀਸ਼ਨਰਸ ਦੇ ਵਿੱਚੋਂ ਗੈਸਿਸ ਨਿਕਲਦੀਆਂ ਨੇ। ਠੀਕ ਹੈ, ਤਾਂ ਫਿਰ ਜਿਹੜੀ ਪ੍ਰਿਥਵੀ ਦੇ ਉੱਪਰ ਵੀ ਜਿਹੜੀ ਓਜ਼ੋਨ ਪ੍ਰੋਡਿਊਸ ਹੁੰਦੀ ਹੈ ਉਹ ਵੀ ਕੀ ਕਰਦੀ ਹੈ ਕਿ ਜਿਹੜੀ ਓਜ਼ੋਨ ਲੇਅਰ ਹੈ ਵੈਸੇ ਜੇ ਅਗਰ ਉਹ ਹਾਈਟ 'ਤੇ ਜਾ ਕੇ ਬਣਦੀ ਹੈ ਤਾਂ ਉਹ ਓਜ਼ੋਨ ਲੇਅਰ ਦੇ ਵਿੱਚ ਕਨਵਰਟ ਹੁੰਦੀ ਹੈ। ਠੀਕ ਹੈ, ਬਟ ਅਗਰ ਉਹ ਧਰਤੀ ਦੇ 30-40 ਕਿਲੋਮੀਟਰ ਦੇ ਏਰੀਏ 'ਚ ਪ੍ਰੋਡਿਊਸ ਹੋ ਰਹੀ ਹੈ ਤਾਂ ਉਹ ਕੀ ਕਰਦੀ ਹੈ, ਓਜ਼ੋਨ ਲੇਅਰ ਨੂੰ ਡਿਪਲੀਟ ਕਰਦੀ ਹੈ। ਹਾਈਡਰੋਫਲੋਰੋਕਾਰਬਨਸ, LPG ਗੈਸ, ਇਹ ਸਾਰੇ ਕੀ ਰੀਜ਼ਨਸ ਨੇਗੇ ਡਿਪਲੀਸ਼ਨ ਆਫ ਦਾ ਓਜ਼ੋਨ ਲੇਅਰ। ਇਹਦੇ ਨਾਲ ਹੋਊਗਾ ਕਿ ਓਜ਼ੋਨ ਲੇਅਰ ਦੀ ਡਿਪਲੀਸ਼ਨ ਦੇ ਨਾਲ ਇਹਦੇ ਇਫੈਕਟਸ ਕੀ ਹੋਣਗੇ, ਹਿਊਮਨਸ ਅਤੇ ਐਨੀਮਲਸ ਦੇ ਵਿੱਚ ਕੀ ਹੋਊਗਾ, ਸਕਿਨ ਕੈਂਸਰ ਦਾ ਰੋਗ ਵੱਧ ਜੂਗਾ ਅਤੇ ਜਿਹੜੇ ਪਲਾਂਟਸ ਨੇ ਉਹਨਾਂ ਦੇ ਵਿੱਚ ਸੈੱਲਾਂ ਦੀ ਗਰੋਥ ਰੁਕ ਜੂਗੀ, ਸੈੱਲ ਡਿਵਾਈਡ ਹੋਣੇ ਬੰਦ ਹੋ ਜਾਣਗੇ, ਡਿਵੀਜ਼ਨ ਆਫ ਸੈੱਲਸ ਸਟਾਪ ਹੋ ਜੂਗੀ। ਜਦੋਂ ਡਿਵੀਜ਼ਨ ਆਫ ਸੈੱਲ ਨਹੀਂ ਹੋਊਗੀ ਤਾਂ ਨਿਊ ਪਲਾਂਟਸ ਗਰੋ ਨਹੀਂ ਕਰਨਗੇ। ਅਤੇ ਥਰਡ ਆਪਣੀ ਧਰਤੀ ਦੇ ਉੱਪਰ ਅਗਰ ਇਹ ਰੇਜ਼ ਆਉਣੀਆਂ ਸ਼ੁਰੂ ਹੋ ਜਾਣਗੀਆਂ ਤਾਂ 150 ਈਅਰਸ ਦੇ ਵਿੱਚ ਪੂਰੀ ਅਰਥ ਫਿਨਿਸ਼ ਹੋ ਚੁੱਕੀ। ਨੈਕਸਟ ਹੈ ਗ੍ਰੀਨ ਹਾਊਸ ਇਫੈਕਟ। ਆਈ ਥਿੰਕ ਚਲੋ ਗ੍ਰੀਨ ਹਾਊਸ ਇਫੈਕਟ ਕੀ ਹੈ, ਇਹਦੇ ਨਾਲ ਕੀ ਹੈ ਜਿਹੜਾ ਅਰਥ ਦਾ ਟੈਂਪਰੇਚਰ ਹੈ ਉਹ ਇਨਕਰੀਜ਼ ਹੋ ਰਿਹਾ। ਗ੍ਰੀਨ ਹਾਊਸ ਇਫੈਕਟ ਕੀ ਹੁੰਦਾ, ਕੰਟੀਨਿਊਸ ਇਨਕਰੀਜ਼ ਇਨ ਦਾ ਟੈਂਪਰੇਚਰ ਆਫ ਦਾ ਅਰਥ ਡਿਊ ਟੂ ਕਾਰਬਨ ਡਾਈਆਕਸਾਈਡ। ਠੀਕ ਹੈ,
ਕਾਰਬਨ ਡਾਈਆਕਸਾਈਡ ਕੀ ਕਰਦੀ ਹੈ, ਜਿਹੜਾ ਅਰਥ ਤੋਂ ਹੀਟ ਪ੍ਰੋਡਿਊਸ, ਜਿਵੇਂ ਸਨ ਹੈ, ਸਨ ਹੀਟ ਦੇ ਰਿਹਾ, ਕਾਰਬਨ ਡਾਈਆਕਸਾਈਡ ਕੀ ਕਰਦੀ ਹੈ, ਉਹ ਰੇਜ਼ ਨੂੰ ਟਰੈਪ ਕਰ ਲੈਂਦੀ ਹੈ, ਠੀਕ ਹੈ, ਅਰਥ ਵੀ ਉਹਨੂੰ ਅਬਜ਼ੋਰਬ ਕਰ ਲੈਂਦੀ ਹੈ। ਫਿਰ ਜਦੋਂ ਅਰਥ ਸ਼ਾਮ ਨੂੰ ਉਹ ਰੇਜ਼ ਛੱਡਦੀ ਹੈ, ਗਰਮੀ ਛੱਡਦੀ ਹੈ, ਤਾਂ ਕਾਰਬਨ ਡਾਈਆਕਸਾਈਡ ਉਹਨੂੰ ਇਨਵਾਇਰਮੈਂਟ 'ਚ ਨਹੀਂ ਜਾਣ ਦਿੰਦੀ, ਉਹਨੂੰ ਆਪਸ 'ਚ ਵਿੱਚ ਟਰੈਪ ਕਰ ਲੈਂਦੀ ਹੈ। ਉਹ ਟਰੈਪ ਕਰਨ ਨਾਲ ਜਿਹੜਾ ਟੈਂਪਰੇਚਰ ਹੈ ਉਹ 1.5 to 5.5 ਡਿਗਰੀ ਸੈਂਟੀਗ੍ਰੇਡ ਇਨਕਰੀਜ਼ ਹੋ ਜਾਂਦਾ। ਇਹਦੇ ਲਈ ਗ੍ਰੀਨ ਹਾਊਸ ਇਫੈਕਟ ਲਈ ਕਿਹੜੀਆਂ ਗੈਸਿਸ ਨੇਗੀਆਂ? ਕਾਰਬਨ ਡਾਈਆਕਸਾਈਡ 57% ਰਿਸਪੋਂਸੀਬਲ ਹੈ, CFC 25%, ਮੀਥੇਨ 12% ਐਂਡ ਨਾਈਟਰਸ ਆਕਸਾਈਡ 6%। ਅਤੇ ਕੁਝ ਕੁ ਸਾਲਾਂ ਤੋਂ ਜਿਹੜੀ ਕੀ ਹੈ ਤੇਲ ਅਤੇ ਕੋਲੇ ਦੀ ਖਪਤ ਵੱਧ ਗਈ, ਜਿਹਦੇ ਨਾਲ ਕੀ ਹੈ ਬਰਨਿੰਗ, ਜਿੰਨੀ ਵੀ ਚੀਜ਼ ਬਰਨ ਹੋਊਗੀ ਉਹਦੇ ਨਾਲ ਕੀ ਹੋਊਗਾ, ਕਾਰਬਨ ਡਾਈਆਕਸਾਈਡ ਪ੍ਰੋਡਿਊਸ ਹੋਊਗੀ। ਤਾਂ ਜਿਹਦੇ ਕਰਕੇ ਕਾਰਬਨ ਡਾਈਆਕਸਾਈਡ ਪ੍ਰੋਡਿਊਸ ਹੋਣ ਕਰਕੇ ਜਿਹੜਾ ਅਰਥ ਦਾ ਟੈਂਪਰੇਚਰ ਹੈ ਉਹ ਡੇ ਬਾਈ ਡੇ ਇਨਕਰੀਜ਼ ਹੋ ਰਿਹਾ। ਇਫੈਕਟ ਕੀ ਹੋਣਗੇ? ਕਲਾਈਮੇਟ ਹਜ਼ਾਰਡ। ਪਹਿਲਾਂ ਤਾਂ ਟੈਂਪਰੇਚਰ, ਐਵਰੇਜ ਟੈਂਪਰੇਚਰ ਆਫ ਅਰਥ ਵਿਲ ਇਨਕਰੀਜ਼। ਸੈਕਿੰਡ, ਐਗਰੀਕਲਚਰ ਦੇ ਉੱਪਰ ਇਹਦੇ ਨਾਲ ਕੀ ਹੈ, ਮੌਨਸੂਨਸ ਚੇਂਜ ਹੋ ਜਾਣਗੀਆਂ, ਠੀਕ ਹੈ, ਜਿਹਦੇ ਕਰਕੇ ਕੀ ਹੈ ਜਿਹੜੇ ਰਾਈਸ ਪ੍ਰੋਡਕਸ਼ਨ ਵਗੈਰਾ ਵਾਲੇ ਏਰੀਆਜ਼ ਨੇ ਉਹ ਪਤਾ ਨਹੀਂ ਚੱਲੂਗਾ ਕਿ ਉਹ ਕਦੋਂ ਕਿਹੜੇ ਪਲਾਂਟਸ ਉਗਾਉਣ। ਮੈਲਟਿੰਗ ਆਫ ਸਨੋ ਰਿਵਰ ਓਵਰ ਦਾ ਪੋਲਰ ਰੀਜ਼ਨਸ, ਜਿਹੜੇ ਪੋਲਰ ਰੀਜ਼ਨਸ ਨੇ ਜਿੱਥੇ ਬਰਫ਼ ਜੰਮੀ ਹੋਈ ਹੈ ਉਹ ਬਰਫ਼ ਪਿਘਲਣੀ ਸ਼ੁਰੂ ਹੋ ਜੂਗੀ, ਠੀਕ ਹੈ, ਪਿਘਲਣੀ ਸ਼ੁਰੂ ਹੋ ਜੂਗੀ ਤਾਂ ਉਹਦੇ ਨਾਲ ਫਲੱਡਸ ਆਉਣਗੇ। ਇਕੋਲੋਜੀਕਲ ਇੰਬੈਲੈਂਸ, ਇਹਦੇ ਗ੍ਰੀਨ ਹਾਊਸ ਇਫੈਕਟ ਦੇ ਨਾਲ ਕੀ ਹੋਊਗਾ, ਜਿਹੜਾ ਇਕੋਸਿਸਟਮ ਹੈ ਉਹ ਕੀ ਹੋ ਚੁੱਕਾ, ਇਕੋਸਿਸਟਮ ਵਰਸਟ ਤਰੀਕੇ ਨਾਲ ਕੀ ਹੋਊਗਾ, ਇਫੈਕਟ ਹੋਊਗਾ, ਜਿਹਦੇ ਕਰਕੇ ਕੀ ਹੈ ਆਪਣੀ ਸਾਰੀ ਅਰਥ ਦਾ ਡਿਸਟਰਕਸ਼ਨ ਹੋ ਜਾਊਗਾ, ਮਤਲਬ ਪੂਰੀ ਅਰਥ ਦਾ ਇਨਵਾਇਰਮੈਂਟ ਖ਼ਰਾਬ ਹੋ ਜਾਊਗਾ। ਤਾਂ ਇਸ ਪ੍ਰੋਬਲਮ ਦਾ ਸੋਲਿਊਸ਼ਨ ਕੀ ਹੈ, ਠੀਕ ਹੈ, ਪਲਾਂਟਸ ਉਗਾਓ, ਕਾਰਬਨ ਡਾਈਆਕਸਾਈਡ ਨੂੰ ਮੈਕਸੀਮਮ ਯੂਜ਼ ਖ਼ਤਮ ਕਰਨੀ, ਅਤੇ CFCs ਦਾ ਕੋਈ ਹੋਰ ਆਲਟਰਨੇਟਿਵ ਲੈ ਕੇ ਆਉਣਾ, ਠੀਕ ਹੈ। ਇਹਦੇ ਨਾਲ ਕੀ ਹੋਊਗਾ, ਜਿਹੜੀ ਗ੍ਰੀਨ ਹਾਊਸ ਇਫੈਕਟ ਹੈ ਉਹ ਕੀ ਹੋ ਜਾਊਗਾ, ਮਿਨੀਮਾਈਜ਼ ਹੋ ਜਾਊਗਾ। ਨੈਕਸਟ ਟੋਪਿਕਸ ਆਪਾਂ ਨੈਕਸਟ ਲੈਕਚਰਸ ਦੇ ਵਿੱਚ ਕਰਾਂਗੇ।